ਜਿਹੜੀ ਗੱਲਬਾਤ ਹੈ ਸਾਰੀ ਤੁਸੀਂ ਨਿਊਜ਼ਪੇਪਰ ਦੇ ਵਿੱਚ ਵੀ ਆਪਣਾ ਜਿਹੜਾ ਬਿਆਨ ਲਗਵਾਇਆ ਹੈ ਕਿ ਧਾਰਾਵਾਂ ਹਟਾਈਆਂ ਗਈਆਂ ਉਸ ਦੋਸ਼ੀ ਤੋਂ ਜਿਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਬੋਲੂੰਗਾ ਅਤੇ ਮੈਂ ਤੁਹਾਡੇ ਕੋਲੋਂ ਵੀ ਉਮੀਦ ਕਰਦਾ ਕਿ ਅੱਜ ਦੀ ਜਿਹੜੀ ਇੰਟਰਵਿਊ ਅਸੀਂ ਕੋਈ ਸਿਆਸੀ ਗੱਲਾਂ ਨੂੰ ਛੱਡ ਕੇ ਸਿਰਫ ਅਸੀਂ ਆਪਣੀ ਕੌਮ ਦੀ ਗੱਲ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਦੇ ਉੱਤੇ ਆਧਾਰਿਤ ਕਰਨੀ ਹੈ। ਹੁਣ ਤੁਸੀਂ ਕਿਹਾ ਸੀ ਕਿ ਸਿਆਸੀ ਗੱਲਬਾਤ ਨਹੀਂ ਕਰਨੀ, ਪਰ ਜਦੋਂ ਹੁਣ ਇਨਸਾਫ ਦੀ ਗੱਲ ਆਉਂਦੀ ਫਿਰ ਸਿਆਸਤ ਤੇ ਤਾਂ ਗੱਲ ਆਉਣੀ ਆ। ਜੇ ਸਵਾਲ ਇਸ ਸਰਕਾਰ ਤੇ ਖੜੇ ਹੁੰਦੇ ਫਿਰ ਪਿਛਲੀਆਂ ਸਰਕਾਰਾਂ ਤੇ ਵੀ ਗੋਗੀ ਸਾਹਿਬ ਖੜੇ ਹੋਣੇ ਆ। ਤਾਂ ਸਵਾਲ ਇਹ ਆ ਕਿ ਫਿਰ ਕਾਂਗਰਸ ਨੇ ਕਿਹੜਾ ਇਨਸਾਫ ਦਿੱਤਾ ਸੀ? ਉਸ ਤੋਂ ਪਹਿਲਾਂ ਬੇਅਦਬੀਆਂ ਤਾਂ ਹੋਈਆਂ ਅਕਾਲੀ ਸਰਕਾਰ ਦੇ ਵਿੱਚ। ਕਹਿੰਦੇ ਤੁਸੀਂ ਤਾਂ ਅਕਾਲੀ ਸਰਕਾਰ ਦੇ ਨੁਮਾਇੰਦੇ ਹੋ। ਸੁਖਬੀਰ ਸਿੰਘ ਬਾਦਲ ਪਹਿਲਾਂ ਕਹਿੰਦੇ ਸੀ ਕਿ ਹਵਾਰਾ ਕਾਤਲ ਆ ਉਸ ਸਮੇਂ ਦੌਰਾਨ, ਤੇ ਹੁਣ ਕਹਿੰਦੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ। ਹੁਣ ਕਿਹੜੇ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ? ਪਹਿਲਾਂ ਚਲਾਨ ਪੇਸ਼ ਕੀਤਾ ਗਿਆ ਕਿ ਜੀ ਇਹਦੇ ਉੱਤੇ ਇਹ ਧਾਰਾ ਜਿਹੜੀਆਂ ਬਣਦੀਆਂ ਨਹੀਂ, ਇਸ ਕਰਕੇ ਚਲਾਨ 'ਚ ਇਹ ਧਾਰਾ ਖਤਮ ਕਰ ਦਿੱਤੀਆਂ ਗਈਆਂ। ਸਿਰਸੇ ਵਾਲਾ ਡੇਰਾ ਉਹਦਾ ਸ਼ਰਧਾਲੂ ਆ, ਪਰ ਸਿਰਸੇ ਵਾਲਾ ਜਿਹੜਾ ਡੇਰਾ ਹੈਗਾ ਉਹ ਭਾਰਤ ਸਰਕਾਰ ਨੇ ਕੋਈ ਬੈਨ ਨਹੀਂ ਕਰਿਆ ਅਤੇ ਜਿਹੜਾ ਹੈਗਾ ਇਸ ਕਰਕੇ ਇਹਦੇ ਉੱਤੇ ਜੁਆਪਾ ਲੱਗ ਨਹੀਂ ਸਕਦੀ। ਜੁਆਪਾ ਵਰਗੀਆਂ ਧਾਰਾ ਕਿ ਇੱਕ ਚੌਂਕੀ ਇੰਚਾਰਜ ਬਿਨਾਂ ਕਿਸੇ ਦਬਾਅ ਤੋਂ ਵਾਪਸ ਲੈ ਸਕਦਾ? ਪਰ ਜਿਹੜੇ ਸਵਾਲ ਲੋਕ ਖੜੇ ਕਰ ਰਹੇ ਨਾ ਉਹ ਇਹ ਵੀ ਕਹਿ ਰਹੇ ਆ ਕਿ ਅਕਾਲੀਆਂ ਦੇ ਟਾਈਮ 'ਚ ਬੇਅਦਬੀਆਂ ਚਲੋ ਹੋਈਆਂ, ਤੁਸੀਂ ਅੱਜ ਕਹਿ ਰਹੇ ਹੋ ਧਾਰਾਵਾਂ ਹਟਾਤੀਆਂ, ਪੁਲਿਸ ਨੇ ਹਟਾਈਆਂ, SHO ਕੋਲ ਪਾਵਰ ਹੈ ਨਹੀਂ, ਪਰ ਉਸ ਸਮੇਂ ਧਾਰਾਵਾਂ ਇੰਨੀਆਂ ਸਖਤ ਕਿਉਂ ਨਹੀਂ ਲੱਗੀਆਂ ਜੀ? ਫਿਰ ਪੁੱਠੇ ਤਾਂ ਉਸ ਸਮੇਂ ਵੀ ਦੋਸ਼ੀ ਟੰਗੇ ਜਾ ਸਕਦੇ ਸੀ ਨਾ। ਜਿਹੜੀ ਕੁੰਵਰ ਵਿਜੇ ਪ੍ਰਤਾਪ ਜੀ ਦੀ ਰਿਪੋਰਟ ਆ ਉਹ ਤਾਂ ਮਾਨਯੋਗ ਹਾਈ ਕੋਰਟ ਨੇ ਰੱਦ ਕਰਤੀ। ਤੁਸੀਂ ਵੀ ਸਾਰੇ ਜਾਣਦੇ ਆ ਕਿ ਹਾਈ ਕੋਰਟ ਬਹੁਤ ਵੱਡਾ ਇੱਕ ਇਨਸਾਫ ਦੇਣ ਦਾ ਅਦਾਰਾ ਹੈ। ਭਗਵੰਤ ਮਾਨ ਨੂੰ ਵੀ ਖੁੱਲ੍ਹਾ ਚੈਲੰਜ ਆ, ਕੁੰਵਰ ਵਿਜੇ ਪ੍ਰਤਾਪ ਨੂੰ ਵੀ ਖੁੱਲ੍ਹਾ ਚੈਲੰਜ ਆ। ਸ਼੍ਰੋਮਣੀ ਅਕਾਲੀ ਦਲ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਜਿਹੜਾ ਮੋਰਚਾ ਲੱਗਿਆ ਉੱਥੇ ਸ਼ਮੂਲੀਅਤ ਨਹੀਂ ਦਿਸਦੀ, ਉੱਦਾਂ ਕਾਲੇ ਚੋਲੇ ਪਾ ਕੇ DC ਦਫ਼ਤਰ ਘੇਰਦੇ ਫਿਰੀ ਜਾਂਦੇ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਬੀਤੇ ਸਮੇਂ ਦੌਰਾਨ ਸਾਲ 2021 ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਵਿਅਕਤੀ ਦੇ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦਰਬਾਰ ਸਾਹਿਬ ਦੇ ਵਿੱਚ ਜਾ ਕੇ ਤਖਤ ਸਾਹਿਬ ਦੇ ਉੱਤੇ ਸਿਗਰਟ ਪੀਤੀ ਗਈ ਸੀ, ਜਿਸ ਦੇ ਚੱਲਦਿਆਂ ਮੌਕੇ ਤੇ ਖੜੇ ਸੇਵਾਦਾਰਾਂ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ ਸੀ। ਸੰਗਤ ਵੱਲੋਂ ਕਾਬੂ ਕਰਕੇ ਉਸ ਨੂੰ ਪੁਲਿਸ ਕੋਲ ਪੇਸ਼ ਕਰ ਦਿੱਤਾ ਗਿਆ ਸੀ। ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਸ ਵਿਅਕਤੀ ਦੇ ਉੱਤੇ ਜੋ ਧਾਰਾਵਾਂ ਲੱਗੀਆਂ ਸੀ, ਸਖਤ ਧਾਰਾਵਾਂ ਸੰਗਤ ਨੇ ਪ੍ਰੋਟੈਸਟ ਕਰਕੇ ਲਗਵਾਈਆਂ ਸੀ, ਉਹ ਧਾਰਾਵਾਂ ਹਟਾ ਦਿੱਤੀਆਂ ਗਈਆਂ ਨੇ। ਇਸ ਸੰਬੰਧ ਦੇ ਵਿੱਚ ਗੁਰਿੰਦਰ ਸਿੰਘ ਗੋਗੀ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਿਹੜੇ ਹੈਗੇ ਨੇ, ਇਹਨਾਂ ਵੱਲੋਂ ਇਹ ਪਹਿਲਾਂ ਵੀ ਅਖਬਾਰ ਦੇ ਵਿੱਚ ਵੀ ਇਹ ਖਬਰ ਦਿੱਤੀ ਗਈ ਸੀ। ਤਾਂ ਹੁਣ ਗੱਲਬਾਤ ਕਰਨ ਦੇ ਲਈ ਵੀ ਸਾਡੇ ਨਾਲ ਹਾਜ਼ਰ ਨੇ ਜੀ। ਪਹਿਲਾਂ ਸਵਾਗਤ ਹੈ ਜੀ ਗੋਗੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਜਿਹੜੀ ਗੱਲਬਾਤ ਹੈ ਸਾਰੀ ਤੁਸੀਂ ਨਿਊਜ਼ਪੇਪਰ ਦੇ ਵਿੱਚ ਵੀ ਆਪਣਾ ਜਿਹੜਾ ਬਿਆਨ ਲਗਵਾਇਆ ਹੈ ਕਿ ਧਾਰਾਵਾਂ ਹਟਾਈਆਂ ਗਈਆਂ ਉਸ ਦੋਸ਼ੀ ਤੋਂ ਜਿਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਲੋਕ ਚੈਨਲ ਦਾ ਇਸ ਭੇਂਟ ਵਾਰਤਾ ਕਰਨ ਦਾ ਸਵਾਗਤ ਕਰਦਾ ਅਤੇ ਅਸੀਂ ਖੜੇ ਵੀ ਬਹੁਤ ਪਵਿੱਤਰ ਧਰਤੀ, ਜਿਸ ਧਰਤੀ 'ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਚਰਨ ਪਾਏ ਆ। ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਘਨੌਲੀ ਦੇ ਵਿਖੇ ਖੜੇ ਆ। ਮੈਂ ਜੋ ਵੀ ਬੋਲਾਂਗਾ ਆਪਣੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਬੋਲੂੰਗਾ ਅਤੇ ਮੈਂ ਤੁਹਾਡੇ ਕੋਲੋਂ ਵੀ ਉਮੀਦ ਕਰਦਾ ਕਿ ਅੱਜ ਦੀ ਜਿਹੜੀ ਇੰਟਰਵਿਊ ਅਸੀਂ ਕੋਈ ਸਿਆਸੀ ਗੱਲਾਂ ਨੂੰ ਛੱਡ ਕੇ ਸਿਰਫ ਅਸੀਂ ਆਪਣੀ ਕੌਮ ਦੀ ਗੱਲ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਦੇ ਉੱਤੇ ਆਧਾਰਿਤ ਕਰਨੀ ਆ। ਇਸ ਲਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ 13 ਸਤੰਬਰ 2021 ਨੂੰ ਅੰਮ੍ਰਿਤ ਵੇਲੇ ਇੱਕ ਵਿਅਕਤੀ ਪਰਮਜੀਤ ਸਿੰਘ, ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਸੀ, ਉਹਨੇ ਸਾਡੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਜਿੱਥੇ ਖਾਲਸੇ ਦੀ ਸਾਜਨਾ ਹੋਈ ਆ, ਉਸ ਤਖਤ 'ਤੇ ਅੰਮ੍ਰਿਤ ਵੇਲੇ ਇੱਕ ਸਿਗਰਟ ਸਮਝ ਲਓ, ਬੀੜੀ ਸਮਝ ਲਓ, ਉਹ ਅੰਦਰ ਦਰਬਾਰ ਸਾਹਿਬ 'ਚ ਸੁੱਟ ਕੇ ਉਸ ਮਰਿਆਦਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਉਸ ਵਿਅਕਤੀ ਨੂੰ ਸੰਗਤ ਨੇ ਅਤੇ ਉਸੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਸੇ ਵੇਲੇ ਮੌਕੇ 'ਤੇ ਫੜ ਲਿਆ ਸੀ। ਪਰੰਤੂ ਉਸ ਵੇਲੇ ਵੀ ਪੁਲਿਸ ਟਾਲਮ ਟੋਲ ਕਰਦੀ ਸੀ ਸਖਤ ਧਾਰਾ ਲਾਉਣ 'ਤੇ, ਪਰ ਜਦੋਂ ਸੰਗਤ ਨੇ
ਕਾਫੀ ਵੱਡੀ ਤਾਦਾਦ ਦੇ ਵਿੱਚ ਉੱਥੇ ਰੋਸ ਪ੍ਰਗਟ ਕੀਤਾ ਤਾਂ ਉਸ ਵਿਅਕਤੀ ਤੇ ਸਿੰਘ ਸਾਹਿਬ ਸਾਡੇ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਵੀ ਆਪਣੀ ਗੱਲ ਰੱਖੀ। ਸਾਰੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਆਏ। ਸਾਰਿਆਂ ਦੇ ਜ਼ੋਰ ਪਾਉਣ ਤੇ ਉਸ ਵੇਲੇ ਪ੍ਰਸ਼ਾਸਨ ਨੇ ਉਸ ਵਿਅਕਤੀ ਦੇ ਖਿਲਾਫ ਸਖਤ ਧਾਰਾ ਜਿਹੜੀਆਂ ਹੈਗੀਆਂ, ਜਿਹਦੇ 'ਚ ਮੈਂ ਤੁਹਾਨੂੰ ਦੱਸ ਵੀ ਦਿੰਦਾ, ਮੇਰੇ ਕੋਲ ਹੈਗੀਆਂ ਇਹ ਜਿਹੜੀਆਂ ਧਾਰਾ ਜੀ ਉਹਦੇ ਖਿਲਾਫ ਲੱਗੀਆਂ। ਆੜਾ ਦੱਦਾ 18 ਯੂਆਪਾ ਐਕਟ 153 153 ਏ 365 511 IPC ਸੰਬੰਧੀ ਜਿਹੜੀਆਂ ਇਹ ਧਾਰਾ ਜਿਹੜੀਆਂ ਹੈਗੀਆਂ, ਪਹਿਲਾਂ ਨੇ 195 ਲਾਈ ਸੀ, ਪਰ ਜਦੋਂ ਸੰਗਤ ਨੇ ਰੋਸ ਪ੍ਰਗਟ ਕੀਤਾ ਸਾਰਿਆਂ ਨੇ ਇਸ ਗੱਲ ਤੇ ਬੜਾ ਸਖਤ ਇਤਰਾਜ਼ ਕੀਤਾ ਤਾਂ ਇਹ ਧਾਰਾ ਲਗਾਈਆਂ ਗਈਆਂ। ਪਰ ਉਹਦਾ ਕੇਸ ਦੋਸ਼ੀ ਨੂੰ ਫੜ ਕੇ ਉਸ ਵੇਲੇ ਪੁਲਿਸ ਨੇ ਜੇਲ੍ਹ ਭੇਜ ਦਿੱਤਾ ਤੇ ਹੁਣ 3 ਤਰੀਕ ਜਨਵਰੀ ਦੀ ਐਸੇ ਮਹੀਨੇ ਦੀ ਸਨ 2023 ਨੂੰ ਪੁਲਿਸ ਚੌਂਕੀ ਜਿਹੜੀ ਇਸ ਵੇਲੇ ਅਨੰਦਪੁਰ ਸਾਹਿਬ 'ਚ ਸਥਿਤ ਹੈ, ਉਹਨਾਂ ਦੇ ਇੰਚਾਰਜ ਵੱਲੋਂ ਅਦਾਲਤ ਵਿੱਚ ਪਹਿਲਾਂ ਚਲਾਨ ਪੇਸ਼ ਕੀਤਾ ਗਿਆ ਕਿ ਜੀ ਇਹਦੇ ਉੱਤੇ ਇਹ ਧਾਰਾ ਜਿਹੜੀਆਂ ਬਣਦੀਆਂ ਨਹੀਂ, ਇਸ ਕਰਕੇ ਚਲਾਨ 'ਚ ਇਹ ਧਾਰਾ ਖਤਮ ਕਰ ਦਿੱਤੀਆਂ ਗਈਆਂ। ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲਾਂ ਨੇ ਅਤੇ ਹੋਰ ਜਿਹੜੇ ਉੱਥੇ ਦੀ ਬਾਰ ਕੌਂਸਲ ਆ ਸਾਰੀ ਅਨੰਦਪੁਰ ਸਾਹਿਬ ਦੀ, ਉਹਨਾਂ ਦੇ ਵਕੀਲ ਸਾਹਿਬਾਨਾਂ ਵੱਲੋਂ ਇਤਰਾਜ਼ ਕੀਤਾ ਗਿਆ ਕਿ ਐਡਾ ਬੜਾ ਇਸ ਵਿਅਕਤੀ ਨੇ ਅਪਰਾਧ ਕੀਤਾ, ਇਸ ਅਪਰਾਧ ਕਰਕੇ ਸਾਰੀਆਂ ਧਾਰਾ ਜਿਹੜੀਆਂ ਵਾਪਸ ਲਈਆਂ ਗਈਆਂ, ਅਸੀਂ ਇਹਦੇ ਉੱਤੇ ਇਤਰਾਜ਼ ਪ੍ਰਗਟ ਕਰਦੇ ਹਾਂ। ਹੁਣ ਕੀਤਾ ਜੀ ਇਤਰਾਜ਼? ਇਹ ਹੁਣ ਕੀਤਾ ਜਦੋਂ 3 ਤਰੀਕ ਨੂੰ ਇਹ ਧਾਰਾਵਾਂ ਵਾਪਸ ਲਈਆਂ? ਹਾਂਜੀ, ਇਹ 3 ਤਰੀਕ ਤੇ ਪਹਿਲਾਂ ਲਈਆਂ ਜੀ। ਇਹ ਪਹਿਲਾਂ ਜਦੋਂ ਚਲਾਨ ਪੇਸ਼ ਕੀਤਾ ਜੀ, ਫਿਰ ਉਸ ਵੇਲੇ ਜਿਹੜੇ ਉੱਥੇ ਦੇ ਜੱਜ ਸਾਹਿਬ ਹੈਗੇ ਆ, ਉਹਨਾਂ ਨੇ ਮਾਨਯੋਗ ਜੱਜ ਸਾਹਿਬ ਨੇ ਪੁਲਿਸ ਨੂੰ ਹੁਕਮ ਜਾਰੀ ਕੀਤਾ ਕਿ ਇਹਦਾ ਸਟੇਟਸ ਜੋ ਰਿਪੋਰਟ ਆ ਉਹ ਪੇਸ਼ ਕੀਤੀ ਜਾਵੇ, ਜਿਹੜੀ ਇਸ ਚਿੱਠੀ 'ਚ ਲਿਖੀ ਹੋਈ ਆ। 3 ਤਰੀਕ ਨੂੰ ਪੁਲਿਸ ਚੌਂਕੀ ਅਨੰਦਪੁਰ ਸਾਹਿਬ ਦੇ ਇੰਚਾਰਜ ਨੇ ਇਹ ਲੈਟਰ ਉੱਥੇ ਜਾ ਕੇ ਜਮ੍ਹਾਂ ਕਰਾਇਆ ਅਦਾਲਤ ਦੇ ਵਿੱਚ, ਜਿਹਦੇ 'ਚ ਲਿਖਿਆ ਗਿਆ 3 ਤਰੀਕ ਦੁਬਾਰਾ ਫਿਰ ਜ਼ਿਕਰ ਕਰ 3 ਜਨਵਰੀ 2023 ਮਤਲਬ ਇਸ ਸਾਲ ਦੇ ਵਿੱਚ ਕਿ ਇਸ ਵਿਅਕਤੀ ਦੇ ਉੱਤੇ ਇਹ ਧਾਰਾ ਬਣਦੀਆਂ ਨਹੀਂ। ਇਹ ਜਿਹੜਾ ਵਿਅਕਤੀ ਆ ਇਹ ਡੇਰੇ ਦਾ ਸ਼ਰਧਾਲੂ ਜ਼ਰੂਰ ਆ, ਜਿਹੜਾ ਸਿਰਸੇ ਵਾਲਾ ਡੇਰਾ ਉਹਦਾ ਸ਼ਰਧਾਲੂ ਆ, ਪਰ ਸਿਰਸੇ ਵਾਲਾ ਜਿਹੜਾ ਡੇਰਾ ਹੈਗਾ ਉਹ ਭਾਰਤ ਸਰਕਾਰ ਨੇ ਕੋਈ ਬੈਨ ਨਹੀਂ ਕਰਿਆ ਅਤੇ ਜਿਹੜਾ ਹੈਗਾ ਇਸ ਕਰਕੇ ਇਹਦੇ ਉੱਤੇ ਜੋ ਆਪਾਂ ਲੱਗ ਨਹੀਂ ਸਕਦੀ। ਅਤੇ ਨਾਲ ਇਹ ਵੀ ਕਿਹਾ ਕਿ ਇਹਦੇ ਨਾਲ ਉਸ ਵੇਲੇ ਹੋਰ ਕੋਈ ਵਿਅਕਤੀ ਨਹੀਂ ਸੀਗਾ। ਅੱਛਾ, ਪਹਿਲਾਂ ਜਿਹੜੀਆਂ ਧਾਰਾਵਾਂ ਲੱਗੀਆਂ ਸੀ ਉਹ ਇਸ ਕਰਕੇ ਲੱਗੀਆਂ ਸੀ ਵੀ ਉਹ ਡੇਰੇ ਦਾ ਸ਼ਰਧਾਲੂ ਇਸ ਕਰਕੇ ਲਵਾਈਆਂ ਸੀ, ਜਾਂ ਫਿਰ ਬੇਅਦਬੀ ਦਾ ਜਿਹੜਾ ਕਰਨ ਦੀ ਕੋਸ਼ਿਸ਼ ਕਰਨ ਦੇ ਮੱਦੇਨਜ਼ਰ ਲੱਗੀਆਂ ਸੀ? ਸਾਡੀਆਂ ਜਿਹੜੀਆਂ ਅਸੀਂ ਵੀ ਉਸ ਵੇਲੇ ਧਾਰਾ ਜਿਹੜੀਆਂ ਲਵਾਈਆਂ ਸੀ, ਅਸੀਂ ਧਾਰਾ ਲਗਵਾਈਆਂ ਸੀ ਕਿ ਜਿਹੜੀ ਬੇਅਦਬੀ ਹੋਈ ਆ, ਮਰਿਆਦਾ ਦੇ ਵਿੱਚ ਖਲਣ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕੀਤਾ ਗਿਆ, ਉਸ ਕਰਕੇ ਅਸੀਂ ਇਸ ਵਿਅਕਤੀ ਤੇ ਧਾਰਾ ਲਗਵਾਈਆਂ ਸੀ, ਨਾ ਕਿ ਅਸੀਂ ਕਿਸੇ ਡੇਰੇ ਤੇ ਧਾਰਾ ਲਗਵਾਈਆਂ ਸੀਗੀਆਂ। ਕਿਉਂਕਿ ਜਿਸ ਵਿਅਕਤੀ ਨੇ ਅਪਰਾਧ ਕੀਤਾ, ਐਡਾ ਬੜਾ ਅਪਰਾਧ ਕੀਤਾ ਜਿਹੜਾ ਘੋਰ ਨਿੰਦਣਯੋਗ ਅਪਰਾਧ ਸੀਗਾ, ਉਹਦੇ ਉੱਤੇ ਧਾਰਾ ਲੱਗੀਆਂ ਸੀ। ਔਰ ਉਸ ਵੇਲੇ ਸਾਰਿਆਂ 'ਚ ਇਹ ਗੱਲ ਵੀ ਸੀ, ਪੁਲਿਸ ਵੀ ਆਪ ਕਹਿੰਦੀ ਸੀ ਕਿ ਅਸੀਂ ਆਪਣੇ ਇਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਆ ਕਿ ਵੀ ਇਹਦੇ ਨਾਲ ਹੋਰ ਬੰਦੇ ਵੀ ਸੀਗੇ। ਪਰ ਹੁਣ ਜਿਹੜੀ ਰਿਪੋਰਟ ਪੇਸ਼ ਕੀਤੀ ਆ ਉਹਦੇ 'ਚ ਇਹ ਵੀ ਲਿਖਿਆ ਵੀ ਇਹ ਵਿਅਕਤੀ ਇਕੱਲਾ ਹੈ, ਇਹਦੇ ਨਾਲ ਹੋਰ ਕੋਈ ਵਿਅਕਤੀ ਨਹੀਂ ਸੀਗਾ। ਪਹਿਲੀ ਗੱਲ ਤਾਂ ਮੈਂ ਇਸ ਗੱਲ ਤੇ ਇਤਰਾਜ਼ ਵੀ ਪ੍ਰਗਟ ਕਰਦਾ, ਔਰ ਮੈਂ ਮੌਜੂਦਾ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਆ ਭਗਵੰਤ ਮਾਨ, ਉਹਨਾਂ ਨੂੰ ਵੀ ਸਵਾਲ ਕਰਦਾ ਕਿ ਜਿਹੜਾ ਹੋਮ ਡਿਪਾਰਟਮੈਂਟ ਆ, ਹੋਮ ਡਿਪਾਰਟਮੈਂਟ ਦਾ ਜਿਹੜਾ ਹੈਗਾ ਸਿੱਧਾ ਇੰਚਾਰਜ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਆ। ਯੂਆਪਾ ਵਰਗੀਆਂ ਧਾਰਾ ਕੀ ਇੱਕ ਚੌਂਕੀ ਇੰਚਾਰਜ ਬਿਨਾਂ ਕਿਸੇ ਦਬਾਅ ਤੋਂ ਵਾਪਸ ਲੈ ਸਕਦਾ? ਮੇਰਾ ਸਵਾਲ ਹੈ। ਦੂਸਰੀ ਗੱਲ, ਜਦੋਂ ਚਲਾਨ ਪੇਸ਼ ਹੁੰਦਾ, ਚੌਂਕੀ ਇੰਚਾਰਜ ਜਾਂ ਪੁਲਿਸ ਦਾ ਕੋਈ ਵੀ ਅਧਿਕਾਰੀ ਚਲਾਨ ਪੇਸ਼ ਕਰਦਾ, ਪਰ ਚਲਾਨ ਪੇਸ਼ ਹੋਣ ਤੋਂ ਪਹਿਲਾਂ ਡਿਸਟ੍ਰਿਕਟ ਲੀਗਲ ਅਥਾਰਟੀ ਦੀ ਮਨਜ਼ੂਰੀ ਲਈ ਜਾਂਦੀ ਆ। ਇਹ ਨਹੀਂ ਲਈ ਗਈ। ਇਹ ਹੁਣ ਪਤਾ ਨਹੀਂ ਕਿ ਜੇ ਲਈ ਹੋਊਗੀ ਤਾਂ ਉਹਦੀ ਜਿਹੜੀ ਹੈਗੀ ਆ ਉਹਦੀ ਮਨਜ਼ੂਰੀ, ਜੇ ਮੈਂ ਤੁਹਾਨੂੰ ਪ੍ਰੋਸੀਜਰ ਦੱਸਣ ਲੱਗਿਆ ਕਿ DSP ਦੀ ਮਨਜ਼ੂਰੀ ਲਈ ਜਾਂਦੀ, SHO ਦੀ ਮਨਜ਼ੂਰੀ ਲਈ ਜਾਂਦੀ ਆ, ਸੀਨੀਅਰ ਅਫਸਰਾਂ ਦੀ ਮਨਜ਼ੂਰੀ ਲੈ ਕੇ ਤਾਂ ਜਿਹੜਾ ਹੈਗਾ ਚਲਾਨ ਕੋਰਟ 'ਚ ਪੇਸ਼ ਕੀਤਾ ਜਾਂਦਾ। ਕੀ ਇੱਕ ਚੌਂਕੀ ਇੰਚਾਰਜ ਨੇ ਆਪਣੇ ਪੱਧਰ ਤੇ ਐਡਾ ਬੜੀਆਂ ਧਾਰਾਂ ਹਟਾ ਕੇ ਚਲਾਨ ਪੇਸ਼ ਕਰਤਾ? ਸਵਾਲ ਖੜੇ ਕਰ ਰਹੇ ਹੋ, ਖਦਸ਼ਾ ਕੀ ਹੈ ਤੁਹਾਨੂੰ? ਸਾਨੂੰ ਖਦਸ਼ਾ ਇਹ ਆ ਕਿ ਇਹ ਪੰਜਾਬ ਸਰਕਾਰ ਨੇ ਦਬਾਅ ਪਾ ਕੇ
ਉਸ ਵਿਅਕਤੀ ਨੂੰ ਜਿਹੜਾ ਆਪਣੇ ਆਪ ਨੂੰ ਡੇਰਾ ਪ੍ਰੇਮੀ ਕਹਿੰਦਾ, ਜਿਹੜਾ ਪੁਲਿਸ ਨੇ ਆਪਣੀ ਚਿੱਠੀ 'ਚ ਹੀ ਮੰਨਿਆ, ਡੇਰੇ ਉੱਤੇ ਦਿਆਲ ਹੋ ਕੇ ਡੇਰਾ ਪ੍ਰੇਮੀਆਂ ਦੀ ਮਦਦ ਕਰਦੇ ਹੋਏ ਇਹ ਡੇਰਾ ਪ੍ਰੇਮੀ ਨੂੰ ਬਚਾਉਣ ਦਾ ਜਿਹੜਾ ਯਤਨ ਆ ਇਹ ਮੌਜੂਦਾ ਸਰਕਾਰ ਨੇ ਕੀਤਾ। ਪਰ ਸਰਕਾਰ ਕਹਿੰਦੀ ਕਿ ਅਸੀਂ ਕਿਉਂ ਜਿਹੜੀ ਆ ਡੇਰਾ ਪ੍ਰੇਮੀ ਨੂੰ ਬਚਾਵਾਂਗੇ, ਜਦੋਂ ਅਸੀਂ ਪਹਿਲਾਂ ਇਹ ਐਲਾਨ ਕਰ ਚੁੱਕੇ ਹਾਂ ਕਿ ਬੇਅਦਬੀਆਂ ਦਾ ਇਨਸਾਫ ਹੋਊਗਾ। ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਨੇ ਬੇਅਦਬੀਆਂ ਦੇ ਖਿਲਾਫ ਜਿਹੜੀ ਗੱਲ ਕਹੀ ਹੈ ਕਿ ਬੇਅਦਬੀਆਂ ਹੋਣੀਆਂ ਨਹੀਂ ਚਾਹੀਦੀਆਂ, ਅਸੀਂ ਇਨਸਾਫ ਕਰਾਂਗੇ। ਅਸੀਂ ਤਾਂ 92 ਸੀਟਾਂ ਲਈਆਂ, ਨਿਰੋਲ ਜਿਹੜੀਆਂ ਹੈਗੀਆਂ ਲੋਕਾਂ ਨੇ ਸਾਨੂੰ ਵੋਟਿੰਗ ਕੀਤੀ ਆ, ਬਹੁਮਤ ਦਿੱਤਾ ਹੈ। ਜਦੋਂ ਅਸੀਂ ਡੇਰਾ ਪ੍ਰੇਮੀਆਂ ਦਾ ਕੋਈ ਸਾਥ ਹੀ ਨਹੀਂ ਲਿਆ ਪਹਿਲਾਂ, ਤਾਂ ਅਸੀਂ ਹੁਣ ਡੇਰਾ ਪ੍ਰੇਮੀਆਂ ਨੂੰ ਕਿਉਂ ਬਚਾਵਾਂਗੇ? ਸਵਾਲ ਤਾਂ ਸਰਕਾਰ ਤਾਂ ਵੀ ਕਹਿ ਸਕਦੀ ਹੈ। ਫਿਰ ਤੁਸੀਂ ਸਰਕਾਰ ਤੇ ਸਵਾਲ ਕਿਵੇਂ ਖੜੇ ਕਰ ਰਹੇ ਹੋ? ਮਤਲਬ ਉਹਦਾ ਕਾਰਨ ਕੀ ਹੈ? ਦੇਖੋ, ਆ ਜਿਹੜੀ ਚਿੱਠੀ ਆ, ਇੱਕ ਚੌਂਕੀ ਇੰਚਾਰਜ ਆਪਣੇ ਪੱਧਰ ਤੇ ਐਡੀ ਬੜੀਆਂ ਧਾਰਾਵਾਂ ਨੂੰ, ਸਖਤ ਧਾਰਾਵਾਂ ਨੂੰ ਵਾਪਸ ਨਹੀਂ ਲੈ ਸਕਦਾ। ਦੂਸਰੀ ਗੱਲ, ਜੇ ਸਰਕਾਰ ਇਨਸਾਫ ਦੇਣ ਦੀ ਗੱਲ ਕਰਦੀ ਆ, ਬਈ ਅਸੀਂ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਦਾ ਇਨਸਾਫ ਦੇਵਾਂਗੇ। ਅੱਜ ਸਰਕਾਰ ਨੂੰ 10 ਮਹੀਨੇ ਹੋ ਗਏ, ਅੱਜ ਤੱਕ ਕਿੰਨੀਆਂ ਕੁ ਬੇਅਦਬੀਆਂ ਦਾ ਸਰਕਾਰ ਨੇ ਇਨਸਾਫ ਦਿੱਤਾ? ਹਰਮੰਦਰ ਸਾਹਿਬ ਦੇ ਵਿੱਚ ਇੱਕ ਵਿਅਕਤੀ ਨੇ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਵੀ ਸਾਰਿਆਂ ਨੂੰ ਪਤਾ। ਉਹ ਵਿਅਕਤੀ, ਸੰਗਤ ਨੇ ਮੌਕੇ ਤੇ ਉਹਨੂੰ ਸੋਧਾ ਲਾਤਾ। ਅੱਜ ਤੱਕ 10 ਮਹੀਨਿਆਂ 'ਚ ਸਰਕਾਰ ਨੇ ਉਸ ਵਿਅਕਤੀ ਦਾ ਖੁਰਾ ਖੋਜ ਲੱਭਣ ਦਾ ਯਤਨ ਕੀਤਾ। ਦੂਸਰੀ ਗੱਲ, ਮੈਂ ਇੱਕ ਸਪਸ਼ਟ ਤੌਰ ਤੇ ਗੁਰੂ ਦਾ ਨਿਵਾਣਾ ਸਿੱਖ ਹੋ ਕੇ ਬੇਨਤੀ ਕਰਦਾ, ਪਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਜਿਨ੍ਹਾਂ ਵਿਅਕਤੀਆਂ ਨੇ, ਭਾਵੇਂ ਉਹ ਕਿਸੇ ਵੀ ਅਹੁਦੇ ਤੇ ਬੈਠਾ, ਕਿਸੇ ਪਾਰਟੀ ਨਾਲ ਸੰਬੰਧ ਰੱਖਦਾ, ਜਿਹਨੇ ਇਹ ਬੇਅਦਬੀ ਕੀਤੀ ਆ ਜਾਂ ਕਰਵਾਈ ਆ, ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ। ਕਾਨੂੰਨ ਅਨੁਸਾਰ ਵੀ ਮਿਲਣੀ ਚਾਹੀਦੀ, ਪਰਮਾਤਮਾ ਦੀ ਦਰਗਾਹ 'ਚ ਵੀ ਮਿਲਣੀ ਚਾਹੀਦੀ ਆ। ਹੁਣ ਤੁਸੀਂ ਕਿਹਾ ਸੀ ਕਿ ਸਿਆਸੀ ਗੱਲਬਾਤ ਨਹੀਂ ਕਰਨੀ, ਪਰ ਜਦੋਂ ਹੁਣ ਇਨਸਾਫ ਦੀ ਗੱਲ ਆਉਂਦੀ ਫਿਰ ਸਿਆਸਤ ਤੇ ਤਾਂ ਗੱਲ ਆਉਣੀ ਆ। ਜੇ ਸਵਾਲ ਇਸ ਸਰਕਾਰ ਤੇ ਖੜੇ ਹੁੰਦੇ, ਫਿਰ ਪਿਛਲੀਆਂ ਸਰਕਾਰਾਂ ਤੇ ਵੀ ਗੋਗੀ ਸਾਹਿਬ ਖੜੇ ਹੋਣੇ ਆ। ਤਾਂ ਸਵਾਲ ਇਹ ਆ ਕਿ ਫਿਰ ਕਾਂਗਰਸ ਨੇ ਕਿਹੜਾ ਇਨਸਾਫ ਦਿੱਤਾ ਸੀ? ਉਸ ਤੋਂ ਪਹਿਲਾਂ ਬੇਅਦਬੀਆਂ ਤਾਂ ਹੋਈਆਂ ਅਕਾਲੀ ਸਰਕਾਰ ਦੇ ਵਿੱਚ। ਕਹਿੰਦੇ ਤੁਸੀਂ ਤਾਂ ਅਕਾਲੀ ਸਰਕਾਰ ਦੇ ਨੁਮਾਇੰਦੇ ਹੋ, ਤਾਂ ਅਕਾਲੀ ਸਰਕਾਰ ਨੇ ਫਿਰ ਇਨਸਾਫ ਅਜਿਹਾ ਕਿਉਂ ਨਹੀਂ ਦਿੱਤਾ? ਜੇ ਅੱਜ ਤੁਸੀਂ ਇਨਸਾਫ ਮੰਗ ਰਹੇ ਹੋ, ਉਦੋਂ ਵੀ ਦਿੱਤਾ ਜਾ ਸਕਦਾ ਸੀ। ਸਰਕਾਰ ਦੋਸ਼ੀ ਹੈਗੀ ਉਦੋਂ ਦੀ? ਬਿਲਕੁਲ, ਮੈਂ ਤੁਹਾਨੂੰ ਜਿਹੜੀ ਗੱਲ ਕਹਿਣ ਲੱਗਿਆ ਕਿ ਜਦੋਂ ਮੈਂ ਕਿਸੇ ਦਾ ਪੱਖ ਨਾ ਪੂਰਨਾ, ਨਾ ਮੈਨੂੰ ਪੂਰਨ ਦੀ ਜ਼ਰੂਰਤ ਆ, ਕਿਉਂਕਿ ਜੇ ਮੇਰੇ ਨਾਲ ਗੁਰੂ ਰੁੱਸ ਗਿਆ ਤਾਂ ਮੇਰੇ ਨਾਲ ਸਾਰੀ ਦੁਨੀਆ ਰੁੱਸ ਗਈ। ਇਸ ਕਰਕੇ ਮੈਨੂੰ ਸਭ ਤੋਂ ਪਹਿਲਾਂ ਆਪਣੇ ਗੁਰੂ ਦਾ ਭੈ, ਆਪਣੇ ਗੁਰੂ ਦਾ ਭਾਉ ਆ। ਪਰ ਤੁਸੀਂ ਇਹ ਵੀ ਦੇਖੋ, ਇਹ ਠੀਕ ਹੈ, ਕੋਈ ਦੋ ਰਾਵਾਂ ਨਹੀਂ ਕਿ ਬੇਅਦਬੀਆਂ ਜਿਹੜੀਆਂ ਅਕਾਲੀ ਸਰਕਾਰ 'ਚ ਹੋਈਆਂ, ਪਰ ਉਸ ਵੇਲੇ ਵੀ ਜੇ ਸੱਚ ਦੀ ਗੱਲ ਕੀਤੀ ਜਾਵੇ ਕਿ ਅਕਾਲੀ ਸਰਕਾਰ ਜਦੋਂ ਦੋਸ਼ੀਆਂ ਨੂੰ ਫੜਨ ਲਈ ਸਿੱਟ ਬਣਾਈ, ਹੋਰ ਬਣਾਈਆਂ, ਤਾਂ ਉਸ ਵੇਲੇ ਸੰਗਤ ਨੇ, ਸਾਰਿਆਂ ਨੇ ਰੌਲਾ ਪਾ ਕੇ ਕਿ ਸਾਨੂੰ ਪੰਜਾਬ ਪੁਲਿਸ ਤੇ ਇਤਬਾਰ ਨਹੀਂ, ਇਹ ਜਾਂਚ CBI ਨੂੰ ਦਿੱਤੀ ਜਾਵੇ। ਪਹਿਲੇ ਦਿਨੇ ਜੇ ਇੱਕ ਹਫ਼ਤੇ ਦੇ ਵਿੱਚ ਜਾਂਚ CBI ਨੂੰ ਦੇ ਦਿੱਤੀ ਗਈ। ਜਦੋਂ ਤੁਸੀਂ ਵੀ ਆਪ ਸਾਰੇ ਜਾਣਦੇ ਆ, ਜਦ ਜਾਂਚ CBI ਕੋਲ ਚਲੇ ਜਾਂਦੀ ਆ ਤਾਂ ਪੰਜਾਬ ਪੁਲਿਸ ਦੇ ਕੋਲ, ਸਰਕਾਰ ਦੇ ਕੋਲ ਕੁਝ ਨਹੀਂ ਰਹਿੰਦਾ ਹੈਗਾ। ਤਾਂ ਉਸ ਵੇਲੇ ਕੁਦਰਤੀ ਉਹ ਗੱਲ ਹੈ ਕਿ ਉਸ ਸਮੇਂ ਬਾਅਦ, ਥੋੜ੍ਹੇ ਸਮੇਂ ਬਾਅਦ ਇਲੈਕਸ਼ਨ ਆ ਗਿਆ। 5 ਸਾਲ ਕਾਂਗਰਸ ਦੀ ਸਰਕਾਰ ਨੇ ਇਹ ਕਹਿ ਕੇ ਵੋਟਾਂ ਲਈਆਂ ਵੀ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ। ਉਹਨਾਂ ਨੇ 5 ਸਾਲ ਕੋਈ ਕਾਰਵਾਈ ਨਹੀਂ ਕੀਤੀ। ਕੀ 5 ਸਾਲ 'ਚ ਕਿਸੇ ਅਕਾਲੀ ਲੀਡਰ ਨੇ ਕਿਸੇ ਕਾਂਗਰਸੀ ਨੂੰ ਟੈਲੀਫੋਨ ਕਰਕੇ ਰੋਕਿਆ ਤਾਂ ਵੀ ਸਾਡੀ ਬੇਅਦਬੀ ਦੀ ਜਾਂਚ ਨਾ ਕਰਾਓ? ਕੋਈ ਸਬੂਤ ਕੋਈ ਪੇਸ਼ ਕਰ ਸਕਦਾ? ਔਰ ਦੂਸਰੀ ਗੱਲ, ਇਹਨਾਂ ਦੇ ਇਹ ਸਰਕਾਰ ਨੇ ਵੀ 10 ਮਹੀਨੇ ਪਹਿਲਾਂ ਲਗਾਤਾਰ ਪਿਛਲੇ 5 ਸਾਲ ਬੇਅਦਬੀਆਂ ਦੇ ਉੱਤੇ ਸਿਆਸਤ ਕੀਤੀ ਆ ਕਿ ਇਹਨਾਂ ਦਾ ਸੁਪਰੀਮੋ ਕੇਜਰੀਵਾਲ ਉਹ ਕਹਿੰਦਾ ਰਿਹਾ ਕਿ ਜਿਸ ਦਿਨ ਅਸੀਂ ਆ ਗਏ 24 ਘੰਟੇ ਦੇ ਵਿੱਚ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਜਾਂ ਕਰਾਉਣ ਵਾਲਿਆਂ ਨੂੰ ਫੜ ਕੇ ਜੇਲ੍ਹ 'ਚ ਦੇਵਾਂਗੇ। ਅੱਜ 10 ਮਹੀਨੇ ਹੋ ਗਏ, ਕੀ ਇਹਨਾਂ ਨੂੰ ਕਿਸੇ ਅਕਾਲੀ ਨੇ ਰੋਕਿਆ? ਉਹ ਤਾਂ ਅੱਜ ਲੋਕ ਵੀ ਸਵਾਲ ਖੜੇ ਕਰ ਰਹੇ ਆ, ਪਰ ਜਿਹੜੇ ਸਵਾਲ ਲੋਕ ਖੜੇ ਕਰ ਰਹੇ ਨਾ, ਉਹ ਇਹ ਵੀ ਕਹਿ ਰਹੇ ਆ ਕਿ ਅਕਾਲੀਆਂ ਦੇ ਟਾਈਮ 'ਚ ਬੇਅਦਬੀਆਂ ਚਲੋ ਹੋਈਆਂ, ਤੁਸੀਂ ਅੱਜ ਕਹਿ ਰਹੇ ਹੋ ਧਾਰਾਵਾਂ ਹਟਾਤੀਆਂ, ਪੁਲਿਸ ਨੇ ਹਟਾਈਆਂ, SHO ਕੋਲ ਪਾਵਰ ਹੈ ਨਹੀਂ, ਪਰ ਉਸ ਸਮੇਂ ਧਾਰਾਵਾਂ ਇੰਨੀਆਂ ਸਖਤ ਕਿਉਂ ਨਹੀਂ ਲੱਗੀਆਂ ਜੀ? ਫਿਰ ਪੁੱਠੇ ਤਾਂ ਉਸ ਸਮੇਂ ਵੀ ਦੋਸ਼ੀ ਟੰਗੇ ਜਾ ਸਕਦੇ ਸੀ ਨਾ ਜੀ। ਤੁਹਾਡੀ ਗੱਲ ਦਾ ਮੈਂ ਸਤਨਾਮ ਜੀ ਬੜਾ ਇਸ ਇਮਾਨਦਾਰੀ ਨਾਲ ਜਵਾਬ ਦੇ ਰਿਹਾ ਕਿ ਜਦੋਂ ਜਾਂਚ CBI ਕੋਲ ਚਲੇ ਗਈ ਤਾਂ CBI ਨੇ ਦੇਖਣਾ ਕਿ ਧਾਰਾ ਕਿਹੜੀਆਂ ਲੱਗਣੀਆਂ, ਕਿਹੜੀਆਂ ਨਹੀਂ ਲੱਗਣੀਆਂ। CBI ਨੇ ਧਾਰਾ ਲਗਾਈਆਂ, CBI ਆਪਣੀ ਇਨਵੈਸਟੀਗੇਸ਼ਨ ਕਰਦੀ ਰਹੀ, ਸਰਕਾਰ ਬਦਲ ਗਈ। ਸਰਕਾਰ ਬਦਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ। ਉਹਨਾਂ ਦੀ ਸਰਕਾਰ ਨੇ ਪੰਜਾਬ ਦੀ ਵਿਧਾਨ ਸਭਾ 'ਚ ਇਹ ਮਤਾ ਪਾਸ ਕਰਕੇ ਕਿ ਸਾਨੂੰ ਜਿਹੜੀ ਇਹਨਾਂ ਲੋਕਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਜਿਹੜੀ ਹੈਗੀ ਆ ਹੁਣ CBI, ਪਹਿਲਾਂ ਇਹ ਲੋਕ ਕਹਿੰਦੇ ਸੀ ਕਿ ਸਾਨੂੰ ਪੰਜਾਬ ਪੁਲਿਸ ਤੇ ਇਤਬਾਰ ਨਹੀਂ ਜਿੰਨਾ ਚਿਰ ਅਕਾਲੀ ਦਲ ਦੀ ਸਰਕਾਰ ਹੈ। ਫਿਰ ਇਹ ਕਹਿਣ ਲੱਗੇ ਜਦੋਂ ਕਾਂਗਰਸ ਸਰਕਾਰ ਬਣ ਗਈ ਕਿ ਸਾਨੂੰ ਹੁਣ CBI ਤੇ ਇਤਬਾਰ ਨਹੀਂ ਹੈਗਾ, ਜਾਂਚ ਜਿਹੜੀ ਹੈਗੀ ਆ ਪੰਜਾਬ ਪੁਲਿਸ ਕਰੇ।
ਉਹ ਤੁਹਾਨੂੰ ਵੀ ਪਤਾ ਕਿ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ ਹੋਇਆ, ਫਿਰ ਹਾਈ ਕੋਰਟ 'ਚ ਜਾ ਕੇ ਹੁਕਮ ਲੈ ਕੇ ਆ ਕੇ ਤਾਂ ਜਿਹੜੀ ਹੈਗੀ ਪੰਜਾਬ ਪੁਲਿਸ ਨੇ ਜਿਹੜੀ ਜਾਂਚ ਆਰੰਭ ਕੀਤੀ। 5 ਸਾਲ 'ਚ ਕਿਸੇ ਅਕਾਲੀ ਨੂੰ ਗ੍ਰਿਫਤਾਰ ਨਹੀਂ ਕੀਤਾ, ਕਿਸੇ ਦੇ ਖਿਲਾਫ ਦੋਸ਼ ਪੱਤਰ ਨਹੀਂ ਯਾਦ ਕੀਤੇ। ਕੁੰਵਰ ਵਿਜੇ ਪ੍ਰਤਾਪ ਕਹਿੰਦੇ ਆ ਕਿ ਮੈਂ ਸਾਰੀ ਜਿਹੜੀ ਸਿੱਟ ਮੈਂ ਮੁਖੀ ਸੀਗਾ, ਮੈਂ ਬਣਾਈ ਸੀ, ਸਾਰੀ ਰਿਪੋਰਟ ਪੇਸ਼ ਕੀਤੀ ਸੀ ਵੀ ਅਕਾਲੀ ਲੀਡਰ ਸਿੱਧੇ ਵਿੱਚ ਫਸਦੇ ਸੀਗੇ, ਮੇਰੀ ਇਹਨਾਂ ਨੇ ਚੱਲਣ ਨਹੀਂ ਦਿੱਤੀ ਕਿਉਂਕਿ ਕਾਂਗਰਸ ਤੇ ਅਕਾਲੀਆਂ ਦੀ ਮਿਲੀ ਭੁਗਤ ਸੀਗੀ। ਤੇ ਹੁਣ ਕੁੰਵਰ ਵਿਜੇ ਪ੍ਰਤਾਪ ਦੀ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਚੱਲ ਰਹੀ। ਉਹਨਾਂ ਨੇ ਸਮਾਂ ਉਦੋਂ ਵੀ ਮੰਗਿਆ ਕਿ ਮੈਨੂੰ ਸਮਾਂ ਦਿੱਤਾ ਜਾਵੇ, ਮੈਂ ਗੱਲਬਾਤ ਕਰਨੀ ਚਾਹੁੰਦਾ ਇਹਦੇ ਉੱਤੇ। ਉਹ ਕਹਿੰਦੇ ਆ ਕਿ ਲੀਡਰ ਫਿਰ ਉਹੀ ਫਸਣੇ ਆ ਜਿਨ੍ਹਾਂ ਦੀ ਸਰਕਾਰ ਸੀ। ਮੈਂ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਅੱਜ ਇਸ ਪਵਿੱਤਰ ਧਰਤੀ ਤੇ ਖੜ ਕੇ ਖੁੱਲ੍ਹਾ ਚੈਲੰਜ ਕਰਦਾ ਕਿ ਜਿਹੜੀ ਰਿਪੋਰਟ ਤੁਸੀਂ ਪੇਸ਼ ਕੀਤੀ ਆ ਉਹ ਪਤਾ ਨਹੀਂ 1000 ਪੰਨੇ ਦੀ, ਪਤਾ ਨਹੀਂ 1500 ਪੰਨੇ ਦੀ ਆ। ਤੁਸੀਂ ਇੱਕ ਜਗ੍ਹਾ ਪਬਲਿਕ ਦੇ ਵਿੱਚ ਆ ਜਾਓ, ਉਹ ਰਿਪੋਰਟ ਪੇਸ਼ ਕਰੋ ਕਿ ਇਹਦੇ 'ਚ ਇੰਨੇ ਨੰਬਰ ਪੰਨੇ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲਿਖਿਆ ਬਈ ਇਹਨਾਂ ਨੇ ਬੇਅਦਬੀ ਕਰਵਾਈ ਆ। ਔਰ ਦੂਸਰੀ ਗੱਲ, ਜਿਹੜੀ ਕੁੰਵਰ ਵਿਜੇ ਪ੍ਰਤਾਪ ਜੀ ਦੀ ਰਿਪੋਰਟ ਆ ਉਹ ਤਾਂ ਮਾਨਯੋਗ ਹਾਈ ਕੋਰਟ ਨੇ ਰੱਦ ਕਰਤੀ। ਤੁਸੀਂ ਵੀ ਸਾਰੇ ਜਾਣਦੇ ਆ ਕਿ ਹਾਈ ਕੋਰਟ ਬਹੁਤ ਵੱਡਾ ਇੱਕ ਇਨਸਾਫ ਦੇਣ ਦਾ ਅਦਾਰਾ ਹੈ। ਬਹੁਤ ਸਾਰੇ ਜਿਹੜੇ ਝੂਠੇ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਫਸਰ ਆ ਉਹਨਾਂ ਨੂੰ ਹਾਈ ਕੋਰਟ ਨੇ ਸਖਤ ਸਜ਼ਾਵਾਂ ਦਿੱਤੀਆਂ। ਹੋਰ ਬਹੁਤ ਵੱਡੇ ਕੇਸਾਂ 'ਚ ਹਾਈ ਕੋਰਟ ਨੇ ਸਰਕਾਰਾਂ ਦੇ ਖਿਲਾਫ ਫੈਸਲੇ ਕੀਤੇ। ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਹਾਈ ਕੋਰਟ ਨੇ ਇਹ ਕਹਿ ਕੇ ਰੱਦ ਕੀਤੀ ਕਿ ਇਹ ਰਿਪੋਰਟ ਜਿਹੜੀ ਹੈਗੀ ਆ ਪੋਲੀਟੀਕਲ ਤੌਰ ਤੇ ਤਿਆਰ ਕੀਤੀ ਗਈ ਆ, ਪਰ ਇਸ ਰਿਪੋਰਟ ਨੂੰ ਅਸੀਂ ਰੱਦ ਕਰਦੇ ਹਾਂ। ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਤਾਂ ਹਾਈ ਕੋਰਟ ਨੇ ਰੱਦ ਕਰਤੀ, ਮੈਂ ਕੋਰਟ ਨੂੰ ਇੱਕ ਪਾਸੇ ਛੱਡ ਦਿੰਦਾ। ਮੈਂ ਫਿਰ ਦੁਬਾਰਾ ਇਸ ਧਰਤੀ ਤੋਂ, ਪਵਿੱਤਰ ਧਰਤੀ ਤੋਂ ਕੁੰਵਰ ਵਿਜੇ ਪ੍ਰਤਾਪ ਨੂੰ ਖੁੱਲ੍ਹਾ ਚੈਲੰਜ ਕਰਦਾ। ਇੰਨੀ ਵੱਡੀ ਅਕਾਲੀ ਲੀਡਰਸ਼ਿਪ ਆ, ਕਿਉਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਕਰ ਦਿੰਦੇ ਜੀ? ਬੁਲਾ ਲਓ ਸਾਰਿਆਂ ਨੂੰ ਇੱਕ ਵਾਰੀ, ਵੱਡੇ ਲੀਡਰ ਵੀ ਬਹਿ ਜਾਣ ਤੇ ਸਾਰਾ ਦੱਸ ਦੇਣ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ, ਲੋਕਾਂ ਨੂੰ ਵੀ ਪਤਾ ਲੱਗ ਜਾਵੇ। ਜੀ ਅਸੀਂ ਤਾਂ ਹਰ ਵੇਲੇ ਖੁੱਲ੍ਹਾ ਚੈਲੰਜ ਕਰਦੇ ਹਾਂ। ਭਗਵੰਤ ਮਾਨ ਨੂੰ ਵੀ ਖੁੱਲ੍ਹਾ ਚੈਲੰਜ ਆ, ਕੁੰਵਰ ਵਿਜੇ ਪ੍ਰਤਾਪ ਨੂੰ ਵੀ ਖੁੱਲ੍ਹਾ ਚੈਲੰਜ ਆ। ਇਹਨਾਂ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਦੋਂ ਇਹਨਾਂ ਦੀ ਇਨਵੈਸਟੀਗੇਸ਼ਨ ਲਈ ਬੁਲਾਇਆ ਉਹ ਬਿਨਾਂ ਝਿਜਕ ਉੱਥੇ ਹੋ ਕੇ ਪੇਸ਼ ਹੋਏ ਆ, ਕੋਈ ਗੱਲ ਲੁਕੋ ਕੇ ਰੱਖੀ। ਪਰ 10 ਮਹੀਨੇ ਦੇ ਵਿੱਚ ਵੀ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਬੂਤ ਨਹੀਂ ਲਿਆ ਪੇਸ਼ ਕਰਕੇ ਉਹਨੂੰ ਗ੍ਰਿਫਤਾਰ ਨਹੀਂ ਕਰ ਸਕੇ। ਪਹਿਲਾਂ ਤਾਂ ਕਹਿੰਦੇ ਸੀ ਕਿ ਕਾਂਗਰਸ ਦੇ ਉੱਤੇ ਅਕਾਲੀਆਂ ਨੇ ਦਬਾਅ ਪਾਇਆ, ਵਿਜੇ ਕੁੰਵਰ ਕਹਿੰਦਾ ਸੀ ਤਾਂ ਨਹੀਂ ਗ੍ਰਿਫਤਾਰ ਕੀਤਾ। ਹੁਣ ਭਗਵੰਤ ਮਾਨ ਤੇ ਕੌਣ ਦਬਾਅ ਪਾ ਰਿਹਾ? ਇਹ ਵੀ ਲੋਕ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਕਹਿੰਦੇ ਸੀ ਕਿ ਹਵਾਰਾ ਕਾਤਲ ਆ ਉਸ ਸਮੇਂ ਦੌਰਾਨ, ਤੇ ਹੁਣ ਕਹਿੰਦੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ। ਹੁਣ ਕਿਹੜੇ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ? ਵੀ ਇਹ ਦੋ ਜਿਹੜੇ ਚਿਹਰੇ ਹੈਗੇ ਆ ਅਕਾਲੀ ਦਲ ਦੇ, ਇਹ ਤਾਂ ਇਹਨਾਂ ਗੱਲਾਂ ਤੋਂ ਸਪਸ਼ਟ ਹੋ ਜਾਂਦੇ। ਤੁਸੀਂ ਇੱਕ ਗੱਲ ਸਮਝੋ ਕਿ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਅੱਜ ਨਹੀਂ ਮੰਗ ਕਰਦਾ, ਸ਼ੁਰੂ ਤੋਂ ਮੰਗ ਕਰਦਾ। ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਦੀ ਸਜ਼ਾ ਹੋਈ ਆ, ਸਿਰਫ 3 ਦਿਨ ਦੇ ਵਿੱਚ ਫਾਂਸੀ ਦੇਣ ਦਾ ਉਹਨੂੰ ਆਰਡਰ ਹੋ ਗਿਆ ਸੀ। ਫਿਰ ਸੁਖਬੀਰ ਸਿੰਘ ਬਾਦਲ, ਹੁਣ ਪੂਰੀ ਮੇਰੀ ਗੱਲ ਸੁਣੋ, ਉਸ ਵੇਲੇ ਸਮੁੱਚਾ ਪੰਜਾਬ ਸੜਕਾਂ ਤੇ ਆ ਗਿਆ ਸੀ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਸਾਰੀ ਜਾ ਕੇ ਰਾਸ਼ਟਰਪਤੀ ਨੂੰ ਮਿਲ ਕੇ ਉਸ ਵੇਲੇ ਜਿਹੜੀ ਉਹਦੀ ਫਾਂਸੀ ਦੀ ਸਜ਼ਾ ਰੁਕਵਾਈ ਗਈ। ਨੰਬਰ 2, ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਜਿਹਨੂੰ ਮੌਤ ਦੀ ਸਜ਼ਾ ਸੁਣਾਈ ਗਈ, ਉਸ ਦੀ ਸਜ਼ਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਰੁਕਵਾਈ, ਕਿਸੇ ਹੋਰ ਨੇ ਨਹੀਂ ਰੁਕਵਾਈ ਹੈਗੀ। ਫਿਰ ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਯਤਨ ਨਹੀਂ ਸੀਗਾ। ਦੂਸਰੀ ਗੱਲ, ਜਿਹੜੇ ਤਕਰੀਬਨ 1000 ਦੇ ਕਰੀਬ ਸਿੱਖ ਜਿਹੜੇ ਵਿਦੇਸ਼ਾਂ 'ਚ ਬੈਠੇ ਆ, ਜਿਨ੍ਹਾਂ ਦੇ ਨਾਮ ਕਾਲੀ ਸੂਚੀ 'ਚ ਜਿਹੜੇ ਭਾਰਤ ਆ ਨਹੀਂ ਸੀ ਸਕਦੇ, ਉਹਨਾਂ ਦੀ ਕਾਲੀ ਸੂਚੀ ਕਿਹਨੇ ਖਤਮ ਕਰਾਈ? ਉਹ ਕਿਸੇ ਹੋਰ ਲੀਡਰ ਨੇ ਕਰਾਈ। ਪਰ ਬੰਦੀ ਸਿੰਘਾਂ 'ਚ ਹਵਾਰਾ ਸਾਹਿਬ ਨੂੰ ਮੰਨਦੇ ਹੋ ਕਿ ਨਹੀਂ? ਦੇਖੋ, ਉਸ ਵੇਲੇ ਵੀ ਜਦੋਂ ਬੰਦੀ ਸਿੰਘਾਂ ਦੇ ਮਸਲਾ ਸੀਗਾ ਕਿ ਕਾਨੂੰਨ ਇਹ ਕਹਿੰਦਾ ਕਿ ਜਿੰਨਾ ਚਿਰ ਕੋਈ ਵਿਅਕਤੀ ਅੰਡਰ ਟ੍ਰਾਇਲ ਆ ਜਾਂ ਉਹਦੇ ਉੱਤੇ ਸਜ਼ਾ ਉਹਨੂੰ ਹੋ ਚੁੱਕੀ ਆ, ਤਾਂ ਉਹਦੀ ਜਿਹੜੀ ਸਜ਼ਾ ਹੈਗੀ ਆ ਉਹ ਜਦ ਤੱਕ ਉਹਦਾ ਕੇਸ ਚੱਲਦੇ ਆ, ਹੋਰ ਚੱਲਦੇ ਆ। ਇਸ ਕਰਕੇ ਅਸੀਂ ਹੁਣ ਤੁਸੀਂ ਇਹ ਦੇਖੋ ਇਸ਼ਤਿਹਾਰ ਲੱਗੇ ਹੋਏ ਆ ਸਾਰੇ, ਉਹਨਾਂ 'ਚ ਭਾਈ ਹਵਾਰਾ ਜੀ ਜਿਹੜੇ ਸਾਡੇ ਸਤਿਕਾਰਯੋਗ ਆ, ਉਹਨੇ ਕੌਮ ਦੀ ਬੜੀ ਦੇਣ ਆ। ਹੋਰ ਜਿਹੜੇ ਬੰਦੀ ਸਿੰਘ ਆ ਸਾਰਿਆਂ ਦੀ ਰਿਹਾਈ ਦਾ ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਆਪਣੀ ਦਸਤਖਤੀ ਮਹਿਮ ਚਲਾ ਕੇ ਇਹਨਾਂ ਦੇ ਉਹ ਸਾਰੇ ਪੱਤਰ ਤੁਹਾਡੇ ਭਰਾਵਾਂ ਤੇ ਭਰਾਏ ਗਏ ਆ, ਉਹ ਪੱਤਰ ਸਾਰੇ UN 'ਚ ਭੇਜੇ ਜਾਣੇ ਆ। ਕਹਿੰਦੇ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਜਿਹੜਾ ਮੋਰਚਾ ਲੱਗਿਆ ਉੱਥੇ ਸ਼ਮੂਲੀਅਤ ਨਹੀਂ ਦਿਸਦੀ, ਉੱਦਾਂ ਕਾਲੇ ਚੋਲੇ ਪਾ ਕੇ DC ਦਫ਼ਤਰ ਘੇਰਦੇ ਫਿਰੀ ਜਾਂਦੇ ਲੋਕ। ਜਿਹੜੇ ਅੱਗੇ ਇਹ ਵੀ ਸਵਾਲ ਖੜੇ ਕਰਦੇ ਕਿ ਉੱਥੇ ਕਿਉਂ ਨਹੀਂ ਜਾਂਦੇ? ਸਵਾਲ ਇਸ ਕਰਕੇ ਖੜੇ ਕਰਦੇ ਆ, ਜਿਨ੍ਹਾਂ ਜਥੇਬੰਦੀਆਂ ਨੇ ਬੰਦੀ ਸਿੰਘਾਂ ਦਾ ਮੋਰਚਾ ਲਾਇਆ
ਉਹਨਾਂ ਜਥੇਬੰਦੀਆਂ ਦਾ ਫਰਜ਼ ਬਣਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੱਦਾ ਦੇਣ, ਸ਼੍ਰੋਮਣੀ ਕਮੇਟੀ ਨੂੰ ਸੱਦਾ ਦੇਣ। ਕਿਉਂਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੇ ਖਿਲਾਫ ਹੱਕ ਦੇ ਵਿੱਚ ਕੇਂਦਰ ਸਰਕਾਰ ਨੂੰ ਮਿਲਣ ਦੇ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦੇਸ਼ ਦੇ ਉੱਤੇ ਮੀਟਿੰਗ ਕੀਤੀ ਸੀ, ਤਾਂ ਕੱਲੀ ਜਥੇਬੰਦੀ ਨੂੰ ਸ਼੍ਰੋਮਣੀ ਕਮੇਟੀ ਨੇ ਸੱਦਾ ਪੱਤਰ ਭੇਜੇ। ਉਹਨਾਂ 'ਚੋਂ ਬਹੁਤ ਸਾਰੇ ਗਏ, ਬਹੁਤ ਸਾਰੇ ਨਹੀਂ ਗਏ, ਮੁੜ ਕੇ ਉਹਨਾਂ ਨੇ ਜਾਣਾ ਛੱਡ ਦਿੱਤਾ। ਪਰ ਹੁਣ ਜੇ ਇਹ ਡਿਊਟੀ ਉਹਦੀ ਬਣਦੀ ਹੁੰਦੀ ਆ, ਜ਼ਿੰਮੇਵਾਰੀ ਉਹਦੀ ਬਣਦੀ ਆ, ਜਿਹੜਾ ਕੋਈ ਮੋਰਚੇ ਦਾ ਪ੍ਰਬੰਧਕ ਹੁੰਦਾ ਕਿ ਮੈਂ ਕਿਸੇ ਸਭ ਦਾ ਸਹਿਯੋਗ ਲੈਣਾ, ਸਭ ਨੂੰ ਸੱਦਾ ਪੱਤਰ ਦੇਵਾਂ। ਗੋਗੀ ਸਾਹਿਬ, ਜੇ ਪਿਓ ਦੀ ਪੱਗ ਨੂੰ ਹੱਥ ਪੈ ਜਾਵੇ, ਇੱਕ ਭਰਾ ਦੂਜੇ ਭਰਾ ਨੂੰ ਇਹ ਥੋੜੇ ਕਹਿੰਦਾ ਭਾਈ ਪੱਗ ਨੂੰ ਹੱਥ ਪੈ ਗਿਆ ਮੈਂ ਤੈਨੂੰ ਸੱਦਾ ਪੱਤਰ ਦਿੰਦਾ, ਅਸੀਂ ਲੜਨ ਜਾਣਾ ਤੇ ਚੱਲੀਏ, ਫਿਰ ਤਾਂ ਆਪਣੇ ਆਪ ਸਾਰਿਆਂ ਨੂੰ ਇਕੱਠੇ ਹੋਣਾ ਪੈਂਦਾ। ਮੈਂ ਕਿਹਾ ਜੀ, ਜਦੋਂ ਸੰਘਰਸ਼ ਕੋਈ ਸ਼ੁਰੂ ਕਰਨਾ ਹੁੰਦਾ, ਸੰਘਰਸ਼ ਸ਼ੁਰੂ ਕਰਨ ਲਈ ਜਦੋਂ ਪ੍ਰੋਗਰਾਮ ਲਿਖੇ ਜਾਂਦੇ ਆ, ਉਦੋਂ ਭਾਈਆਂ ਦੀ ਜਦੋਂ ਤੁਸੀਂ ਕੋਈ ਆਪਣੇ ਘਰ 'ਚ ਕੋਈ ਗਮੀ ਹੁੰਦੀ, ਕੁਛ ਹੁੰਦੀ ਆ, ਜਦੋਂ ਸੰਸਕਾਰ ਹੁੰਦਾ ਸਾਰੇ ਪਹੁੰਚਦੇ ਆ, ਜਦੋਂ ਤੁਸੀਂ ਕੋਈ ਭੋਗ ਪੈਂਦਾ, ਕੁਛ ਪੈਂਦਾ, ਆਪਾਂ ਸਾਰੇ ਸਲਾਹ ਕਰਦੇ ਕਿ ਨਹੀਂ ਕਰਦੇ, ਭਾਈ ਭੋਗ ਪਾਉਣਾ ਆਪਾਂ ਕਿੱਦਾਂ, ਕਿਹਨੂੰ ਬੁਲਾਉਣਾ, ਕਿੱਦਾਂ ਤਿਆਰੀ ਕਰਨੀ, ਕੀ ਕਰਨਾ, ਕੀ ਐਸਜੀਪੀਸੀ ਦਾ ਸਭ ਤੋਂ ਵੱਡਾ ਭਰਾ ਹੋ ਗਿਆ ਨਾ ਫਿਰ ਕੌਮ ਦਾ, ਜੇ ਆਪਾਂ ਗੱਲ ਕਰੀਏ। ਜੇ ਵੱਡੇ ਭਰਾ ਨੂੰ ਤੁਸੀਂ ਬੁਲਾਉਂਗੇ ਨਹੀਂ, ਜੇ ਵੱਡੇ ਭਰਾ ਨੂੰ ਪੁੱਛੋਗੇ ਨਹੀਂ, ਆਪਣੀ ਮਰਜ਼ੀ ਤੇ ਕੰਮ ਕਰੂ ਵੱਡਾ ਭਰਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਸਮਾਂ ਬਣਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਇਹਨਾਂ ਦੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲੇ ਕਰਦੇ ਹਾਂ, ਔਰ ਅੱਗੇ ਵਾਸਤੇ ਵੀ ਕਰਦੇ ਰਹਾਂਗੇ। ਮੋਰਚਿਆਂ 'ਚ ਸ਼ਾਮਲ ਵੀ ਹੋਵਾਂਗੇ, ਇਹ ਨਹੀਂ ਕਿ ਅਸੀਂ ਨਹੀਂ ਹੋਏ, ਅਸੀਂ ਦੇਖ ਰਹੇ ਹਾਂ ਕਿ ਸਾਨੂੰ ਬੁਲਾਓ, ਜੇ ਨਹੀਂ ਬੁਲਾਉਣਗੇ ਤਾਂ ਆਪਣੇ ਆਪ ਕੋਈ ਰਾਹ ਕੱਢਾਂਗੇ। ਤਾਂ ਦੁੱਖ ਦੀ ਘੜੀ ਤਾਂ ਆਪ ਹੀ ਜਾਣਾ ਚਾਹੀਦਾ। ਮੈਂ ਕਿਹਾ ਆਪ ਜਾਵਾਂਗੇ ਜੀ, ਜਾਵਾਂਗੇ, ਸਮਾਂ ਆਉਣ ਦਿਓ, ਅਜੇ ਤਾਂ ਮੋਰਚਾ ਆਰੰਭ ਹੋਇਆ ਨਾ। ਖੈਰ ਚਲੋ, ਅਸੀਂ ਇਹਨਾਂ ਗੱਲਾਂ ਤੋਂ ਹੁਣ ਉਸ ਪਾਸੇ ਦੁਬਾਰਾ ਚੱਲੀਏ ਕਿ ਹੁਣ ਜੇ ਹੋ ਗਿਆ ਦੁਬਾਰਾ ਚਲਾਨ ਇਸ ਤਰ੍ਹਾਂ ਪੇਸ਼ ਕਰ ਦਿੱਤਾ ਗਿਆ, ਧਾਰਾਵਾਂ ਹਟਾ ਦਿੱਤੀਆਂ ਗਈਆਂ, ਹੁਣ ਕਮੇਟੀ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ, ਕੌਮ ਨੂੰ ਸੁਚੇਤ ਕਰਨ ਲਈ ਕੀ ਕੀਤਾ ਜਾ ਰਿਹਾ, ਕੋਈ ਇਕੱਠ ਕਮੇਟੀ ਕਰੂਗੀ, ਕੀ ਕੀਤਾ ਜਾਊਗਾ? ਅਸੀਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਵਕੀਲ ਪਹਿਲਾਂ ਅਸੀਂ ਉੱਥੇ ਕੇਸ ਲੜ ਰਹੇ ਆ, ਉਹਨਾਂ ਤੋਂ ਅਸੀਂ ਉੱਚ ਅਦਾਲਤ ਵਿੱਚ ਵੀ ਅਪੀਲ ਪਵਾ ਰਹੇ ਹਾਂ, ਅਤੇ ਅੱਜ ਮੇਰੇ ਵੱਲੋਂ ਅਖਬਾਰ 'ਚ ਵੀ ਸੰਗਤਾਂ ਨੂੰ ਸੁਚੇਤ ਕੀਤਾ ਗਿਆ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਵੀ ਅਖਬਾਰ 'ਚ ਆਉਣ ਨਾਲ, ਅਜੀਤ ਅਖਬਾਰ 'ਚ ਅੱਜ ਦੇ 'ਚ ਆਇਆ, ਹੋਰ ਵੀ ਅਖਬਾਰਾਂ 'ਚ ਆਇਆ, ਹੁਣ ਤੁਹਾਡੇ ਚੈਨਲ ਰਾਹੀਂ ਸੰਗਤਾਂ ਨੂੰ ਪਤਾ ਲੱਗ ਜਾਣਾ ਕਿ ਹਰੇਕ ਸਿੱਖ ਦਾ ਫਰਜ਼ ਬਣਦਾ ਕਿ ਇਹ ਜਿਹੜੀਆਂ ਸਰਕਾਰ ਨੇ ਕੋਝੀ ਚਾਲ ਚੱਲ ਕੇ ਡੇਰੇ ਪ੍ਰੇਮੀਆਂ ਨੂੰ ਖੁਸ਼ ਕਰਨ ਦੇ ਲਈ, ਅੱਗੇ ਪਾਰਲੀਮੈਂਟ ਦੀਆਂ ਵੋਟਾਂ 'ਚ ਉਹਨਾਂ ਦਾ ਫਾਇਦਾ ਲੈਣ ਲਈ ਇਹ ਜਿਹੜੀ ਕੋਸ਼ਿਸ਼ ਕੀਤੀ ਆ, ਆਪਾਂ ਇਹਨੂੰ ਸਫਲ ਨਹੀਂ ਹੋਣ ਦੇਣਾ। ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕੀਤਾ ਗਿਆ, ਸਾਡੇ ਉਸ ਤਖਤ ਜਿੱਥੇ ਸਾਡਾ ਪ੍ਰਕਾਸ਼ ਹੋਇਆ, ਉਸ ਤਖਤ ਦੀ ਮਰਿਆਦਾ ਨੂੰ ਭੰਗ ਕਰਨ ਦਾ ਕਹਿੰਦੇ, ਇਹ ਘੋਰ ਅਪਰਾਧ ਜਿਹੜਾ ਹੈਗਾ, ਇਹ ਇਕੱਲਾ ਸ਼੍ਰੋਮਣੀ ਕਮੇਟੀ ਦਾ ਫਰਜ਼ ਨਹੀਂ ਬਣਦਾ, ਇਹ ਇਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਫਰਜ਼ ਨਹੀਂ ਬਣਦਾ, ਹੋਰ ਕਿਸੇ ਇੱਕ ਜਥੇਬੰਦੀ ਦਾ ਫਰਜ਼, ਸਮੁੱਚੀ ਕੌਮ ਦਾ ਫਰਜ਼ ਬਣਦਾ। ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਇਹਦੇ ਖਿਲਾਫ ਲਾਮਬੰਦ ਹੋਈਏ ਤੇ ਸਰਕਾਰ ਨੂੰ ਮਜਬੂਰ ਕਰੀਏ ਕਿ ਜਿਹੜੀਆਂ ਹੱਥਾਂ ਨਾਲ, ਜਿਹੜੀ ਕਲਮ ਦੇ ਨਾਲ ਸਰਕਾਰ ਨੇ ਇਹ ਧਾਰਾਵਾਂ ਹਟਾਈਆਂ, ਉਹ ਸਰਕਾਰ ਉਹਨਾਂ ਧਾਰਾਵਾਂ ਨੂੰ ਵਾਪਸ ਲਵਾਵੇ, ਨਹੀਂ ਤਾਂ ਜਿਹੜਾ ਹੈਗਾ ਇਹਦਾ ਖਮਿਆਜਾ ਜਿਹੜਾ ਇਸ ਬੇਅਦਬੀ ਦੇ ਨਾਮ ਤੇ ਝੂਠੀ ਸਿਆਸਤ ਸਰਕਾਰ ਕਰਦੀ ਆ, ਜਿਹਨੇ 10 ਮਹੀਨੇ 'ਚ ਸਾਨੂੰ ਬਰਗਾੜੀ ਦਾ ਇਨਸਾਫ ਨਹੀਂ ਦਿੱਤਾ, ਸਾਨੂੰ ਹੋਰ ਕੋਈ ਇਨਸਾਫ ਨਹੀਂ ਦਿੱਤਾ, ਸਾਨੂੰ ਹਰਿਮੰਦਰ ਸਾਹਿਬ ਦੇ ਦੋਸ਼ੀ ਦਾ ਖੋਰਾ ਖੋਜ ਲੱਭ ਕੇ ਦਿੱਤਾ, ਸਾਨੂੰ ਜਿਹੜਾ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਜਿੱਥੇ ਉਹ ਵੀ ਦੋਸ਼ੀ ਦਾ ਸੌਦਾ ਲੱਗਿਆ, ਉਹਦਾ ਖੁਰਾ ਖੋਜ ਲੱਭ ਯਤਨ ਨਹੀਂ ਦਿੱਤਾ ਹੈਗਾ, ਤਾਂ ਇਹ ਸਾਰੇ ਅਸੀਂ ਆਉਣ ਵਾਲੇ ਸਮੇਂ 'ਚ ਲਵਾਂਗੇ। ਤੇ ਹੁਣ ਬੇਅਦਬੀ ਉਦੋਂ ਹੁੰਦੀ ਆ, ਕੌਮ ਦੀ ਪੱਗ ਨੂੰ ਹੱਥ ਪੈਂਦਾ ਹਰਿਮੰਦਰ ਸਾਹਿਬ ਹੁੰਦੀ ਹੈ, ਉਸ ਤੋਂ ਬਾਅਦ ਇੱਥੇ ਹੁੰਦੀ ਹੈ ਜੀ ਕੇਸਗੜ੍ਹ ਸਾਹਿਬ ਵਿਖੇ। ਉਸ ਤੋਂ ਬਾਅਦ ਕੀ ਪ੍ਰਬੰਧ ਕੀਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ, ਜਿਹੜੇ ਗੁਰਦੁਆਰਾ ਸਾਹਿਬਾਨ ਹੈਗੇ ਆ, ਕਿ ਅਜਿਹੀਆਂ ਘਟਨਾਵਾਂ ਅੱਗੇ ਨਾ ਹੋਣ, ਉਹਦੇ ਲਈ ਯਤਨ ਵੀ ਕੀਤੇ ਗਏ ਆ? ਕੋਈ ਨਵਾਂ ਸਿਸਟਮ ਬਣਾਇਆ ਗਿਆ, ਕੋਈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਿੰਘ ਜਿਹੜੇ ਹੈਗੇ ਆ ਖੜੇ ਰਹਿੰਦੇ ਆ, ਜਾਂ ਕੋਈ ਇਦਾਂ ਦਾ ਪ੍ਰਬੰਧ ਕੀਤਾ ਗਿਆ ਕਿ ਹੁਣ ਅੱਗੇ ਨੂੰ ਨਾ ਹੋਣ ਇਦਾਂ ਕੁਝ? ਤੁਸੀਂ ਰੋਜ਼ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਵੀ ਆਉਂਦਾ, ਹੁਕਮਨਾਮਾ ਸਾਹਿਬ ਵੀ ਆਉਂਦਾ, ਜਿਹੜਾ ਹੈਗਾ ਤੁਸੀਂ ਉੱਥੇ ਦੇਖੋ। ਜਦੋਂ ਪਹਿਲਾਂ ਬੇਅਦਬੀ ਤੋਂ ਪਹਿਲਾਂ ਅਸੀਂ ਉਮੀਦ ਨਹੀਂ ਸੀ ਕਰਦੇ ਕਿ ਇੰਨੇ ਪਵਿੱਤਰ ਗੁਰਧਾਮਾਂ 'ਤੇ ਕੋਈ ਇਹੋ ਜਿਹੀ ਕੋਝੀ ਹਰਕਤ ਕਰੂਗਾ, ਪਰ ਜਦੋਂ ਇਹ ਹਰਕਤਾਂ ਹੋਈਆਂ ਉਦੋਂ ਬਾਅਦ ਸਪੈਸ਼ਲ ਨਵੀਂ ਟਾਸਕ ਫੋਰਸ ਵੀ ਭਰਤੀ ਕੀਤੀ ਗਈ, ਸੇਵਾਦਾਰ ਵੀ ਵਧਾਏ ਗਏ, ਉਹ ਕੇਸਗੜ੍ਹ ਸਾਹਿਬ ਵੀ ਵਧਾਏ ਗਏ ਆ ਅਤੇ ਉਸ ਪਾਸੇ ਵੀ ਵਧਾਏ ਗਏ ਆ, ਚੌਕਸੀ ਵਧਾਈ ਗਈ ਆ, CCTV ਕੈਮਰੇ ਲਗਾਏ ਗਏ ਆ। ਪਰ ਅੱਜ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਸੋਚ ਸਿੱਖੀ ਵਾਲੀ ਨਹੀਂ ਹੈ, ਜਿਨ੍ਹਾਂ ਨੂੰ ਗੁਰਮਰਿਆਦਾ ਦਾ ਪਤਾ ਨਹੀਂ, ਜਿਨ੍ਹਾਂ ਨੂੰ ਗੁਰ ਸਿਧਾਂਤ ਦਾ ਪਤਾ ਨਹੀਂ, ਉਹ ਫੇਸਬੁੱਕ ਜ਼ਰੀਏ ਹੋਰ ਮਾਧਿਅਮ ਰਾਹੀਂ ਇਹ ਮੰਗ ਕਰਦੇ ਕਿ ਸੰਗਤ ਦੀ ਤਲਾਸ਼ੀ ਲਈ ਜਾਵੇ। ਅਸੀਂ ਸੰਗਤ ਦੀ ਤਲਾਸ਼ੀ ਨਹੀਂ ਲੈ ਸਕਦੇ, ਕਿਉਂਕਿ ਗੁਰੂ ਘਰ 'ਚ ਜਿਹਨੇ ਆਉਣਾ ਉਹਨੇ ਗੁਰੂ ਦੇ ਭਉ ਵਿੱਚ ਆਉਣਾ, ਗੁਰੂ ਦੇ ਭੈ ਵਿੱਚ ਆਉਣਾ।
ਅਸੀਂ ਇਕੱਲੇ ਦਾ ਬਟੂਆ ਬਾਹਰ ਰੱਖਣ ਲਈ ਨਹੀਂ ਕਹਿ ਸਕਦੇ। ਇਕੱਲੇ ਤਲਾਸ਼ੀ ਜਿਹੜੀ ਪੁਲਿਸ ਤਾਂ ਲੈ ਸਕਦੀ ਆ, ਪਰ ਅਸੀਂ ਗੁਰੂ ਦੇ ਸੇਵਾਦਾਰ ਅਸੀਂ ਤਲਾਸ਼ੀ ਨਹੀਂ ਲੈ ਸਕਦੇ। ਮੈਂ ਉਹਨਾਂ ਸੰਗਤਾਂ ਨੂੰ ਬੇਨਤੀ ਕਰਦਾ ਬਈ ਇਹਨਾਂ ਗੱਲਾਂ 'ਚ ਨਾ ਪਈਏ। ਆਪਾਂ ਆਪ ਵੀ ਜਿਹੜੀ ਸੰਗਤ ਗੁਰੂ ਧਾਮਾਂ 'ਚ ਜਾਂਦੀ ਆ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਕੋਈ ਇੱਥੇ ਸ਼ੱਕੀ ਵਿਅਕਤੀ, ਕੋਈ ਸ਼ੱਕੀ ਹਾਲਾਤ ਤੇ ਕੋਈ ਸ਼ੱਕੀ ਹਰਕਤਾਂ ਨਹੀਂ ਕਰਦਾ। ਉਹ ਸੰਗਤ ਨੂੰ ਸੁਚੇਤ ਹੋਣਾ ਪਊ, ਕਿਉਂਕਿ ਕੇਸਗੜ੍ਹ ਸਾਹਿਬ ਜਾਂ ਗੁਰਦੁਆਰਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਇਕੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਹੀਂ, ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ, ਇਹ ਸਮੁੱਚੀ ਮਾਨਵਤਾ ਦੇ ਆ। ਇਹਨਾਂ ਦੇ ਵਿੱਚ ਸਮੁੱਚੀ ਮਾਨਵਤਾ ਨੂੰ, ਖਾਸ ਕਰਕੇ ਸਿੱਖ ਕੌਮ ਨੂੰ ਇਹ ਇਕੱਲੇ ਨੂੰ ਸੁਚੇਤ ਹੋ ਕੇ ਧਿਆਨ ਰੱਖਣਾ ਪਊਗਾ ਕਿ ਅਸੀਂ ਜਿਹੜਾ ਹੈਗਾ, ਜੇ ਕੋਈ ਵੀ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ, ਮਰਿਆਦਾ 'ਚ ਖੱਲਣ ਪਾਉਣ ਦੀ ਕੋਸ਼ਿਸ਼ ਕਰਦਾ, ਕੋਈ ਸ਼ੱਕੀ ਹਰਕਤਾਂ ਕਰਦਾ, ਆਪਣੀ ਜ਼ਿੰਮੇਵਾਰੀ ਸਮਝਦੀ ਆਪ ਫੜੀਏ ਤਾਂ ਹੀ ਜਿਹੜਾ ਮੈਂ ਸਮੁੱਚੇ ਸਮਝੇ ਤੌਰ 'ਤੇ ਸਮਝ ਸਕਦਾ ਕਿ ਅੱਗੇ ਤੌਰ 'ਤੇ ਜਿਹੜੀ ਹੈਗੀ ਆ ਇਹ ਲੋਕ ਬੇਅਦਬੀਆਂ ਕਰਨ 'ਤੇ ਰੁਕਣਗੇ। ਕਿਉਂਕਿ ਇਹ ਬੇਅਦਬੀਆਂ ਦੇ ਪਿੱਛੇ ਬਹੁਤ ਸਾਰੀਆਂ ਸਿਆਸੀ ਤਾਕਤਾਂ ਜਿਹੜੀਆਂ ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ, ਭਰਾ ਮਾਰੂ ਜੰਗ ਕਰਾਉਣ ਦੇ ਲਈ, ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰਾਉਣ ਲਈ ਇਹ ਇਹੋ ਜਿਹੀਆਂ ਘਟਨਾਵਾਂ ਕਰਦੀਆਂ। ਉਹਨਾਂ ਨੂੰ ਜਿਹੜਾ ਹੈਗਾ ਤਾਂ ਹੀ ਨੱਥ ਪੈ ਸਕਦੀ ਆ ਜਦੋਂ ਕੱਲਾ ਸਿੱਖ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨੂੰ ਘਟਨਾਵਾਂ ਨੂੰ ਰੋਕਣ ਦਾ ਯਤਨ ਕਰੇਗਾ। ਬਿਲਕੁਲ ਬਹੁਤ ਵੱਡੇ ਜਿਹੜੀ ਹੈਗੀਆਂ ਗੱਲਾਂ ਕਹੀਆਂ ਗਈਆਂ ਕਿ ਧਾਰਾਵਾਂ ਹਟਾਈਆਂ ਗਈਆਂ ਤੇ ਇਲਜ਼ਾਮ ਲਗਾਏ ਗਏ ਮੌਜੂਦਾ ਸਰਕਾਰ ਦੇ ਉੱਤੇ। ਹਾਲਾਂਕਿ ਇਹ ਵੀ ਦੱਸਿਆ ਗਿਆ ਨਾਲ ਕਿ ਕੁਝ ਸਿਸਟਮ ਹੁੰਦਾ ਹੈ ਜਿਸ ਦੇ ਤਹਿਤ ਹੀ ਧਾਰਾਵਾਂ ਵਾਪਸ ਲਈਆਂ ਜਾ ਸਕਦੀਆਂ, ਚੌਂਕੀ ਇੰਚਾਰਜ ਨਹੀਂ ਲੈ ਸਕਦਾ। ਸੋ ਵੱਡੇ ਸਵਾਲ ਹੈ, ਸਰਕਾਰ ਨੂੰ ਇਸ ਗੱਲ ਦੇ ਉੱਤੇ ਤਫਤੀਸ਼ ਕਰਨ ਦੀ ਲੋੜ ਆ ਕਿ ਜੇਕਰ ਧਾਰਾਵਾਂ ਹਟਾਈਆਂ ਗਈਆਂ ਤਾਂ ਵਾਕਈ ਇਸ ਕਰਕੇ ਹਟਾਈਆਂ ਗਈਆਂ ਕਿ ਉਹ ਧਾਰਾਵਾਂ ਬਣਦੀਆਂ ਨਹੀਂ ਸੀ ਜਾਂ ਫਿਰ ਉਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਝੋਲ ਕੀਤਾ ਗਿਆ। ਸੋ ਸੰਗਤ ਨੂੰ ਅਵੇਅਰ ਕਰਨ ਦੇ ਲਈ ਵੀ ਗੱਲਬਾਤ ਕੀਤੀ ਗਈ ਹੈ ਤੇ ਇਹ ਵੀ ਇਹਨਾਂ ਨੇ ਕਿਹਾ ਕਿ ਜੇਕਰ ਸੰਗਤ ਕਹਿੰਦੀ ਹੈ ਕਿ ਬੇਅਦਬੀਆਂ ਪਿਛਲੇ ਸਮੇਂ ਦੌਰਾਨ ਹੋਈਆਂ, ਇੱਕ ਸਿੱਖ ਹੋਣ ਦੇ ਨਾਤੇ ਮੈਂ ਵੀ ਕਹਿੰਦਾ ਕਿ ਜੇਕਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਆ ਤਾਂ ਉਸ ਨੂੰ ਸਜ਼ਾ ਬਣਦੀ ਹੋਈ ਜ਼ਰੂਰ ਮਿਲਣੀ ਚਾਹੀਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋਣੀਆਂ ਬਹੁਤ ਹੀ ਮੰਦਭਾਗੀ ਗੱਲ ਹੈ। ਪਰ ਇਹਨਾਂ ਬੇਅਦਬੀਆਂ ਦਾ ਇਨਸਾਫ ਲੰਮੇ ਸਮੇਂ ਤੋਂ ਸਿੱਖ ਵੀ ਉਡੀਕ ਰਹੇ ਆ ਤੇ ਇਹ ਇਨਸਾਫ ਕਦੋਂ ਮਿਲਦਾ ਹੈ ਤੇ ਕਦੋਂ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਦੀਆਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਰੋਪੜ।